सतगुरु की प्यारी साध संगत जी, मेरे ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰਾਧਾ स्वामी जी। आज ਆਪਾਂ गुरु नानक देव जी का 556वां प्रकाश पुरब मनान जा रहे हैं। ਵੱਡੀ खुशी की गल है, ਸਾਰਿਆਂ ਨੂੰ ਮਨਾਉਣਾ ਚਾਹੀਦਾ है। ਉਹ ਗੁਰੂ ਜਿਨ੍ਹਾਂ ਨੇ ਧਰਤੀ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ ਤੇ ਹੋਰ ਧਰਤੀ ਦੇ ਵਿੱਚ ਜਿੱਥੇ ਅਨੇਕਾਂ ਦੇਸ਼ਾਂ ਦੀ ਯਾਤਰਾ ਉਹਨਾਂ ਨੇ ਕੀਤੀ, ਉਹਨਾਂ ਨੇ ਇੱਕੋ ਹੀ ਜਿਹੜਾ ਉਹ ਸਿੱਖਿਆਵਾਂ ਹਨ ਉਹ ਸਾਰਿਆਂ ਨੂੰ ਦਿੱਤੀ। ਉਸ ਮਾਲਕ ਬਾਰੇ ਦੱਸਿਆ, ਉਸ ਨਾਮ ਬਾਰੇ ਦੱਸਿਆ। ਉਹਨਾਂ ਨੇ ਆਪਣਾ ਸਾਰਾ ਜੀਵਨ ਉਸ ਅਕਾਲ ਪੁਰਖ, ਉਸ ਪਰਮਾਤਮਾ ਦੀ ਸਿੱਖਿਆਵਾਂ ਨਾਲ ਸਾਰਿਆਂ ਨੂੰ ਜੋੜ ਕੇ ਰੱਖਿਆ। ਅੱਜ ਆਪਾਂ ਉਹਨਾਂ ਦੀ ਸਿੱਖਿਆਵਾਂ ਨੂੰ ਹੀ ਲੈ ਕੇ, ਉਹਨਾਂ ਦੀ ਜਿਹੜੀ ਟੀਚਿੰਗ ਰਹੀ ਹਨ, ਉਹਨਾਂ ਤੋਂ ਕੁਝ ਬਾਣੀਆਂ ਲੈ ਕੇ ਅੱਜ ਇਹ ਸਤਸੰਗ ਕਰਨ ਜਾ ਰਹੇ ਹਨ। ਬੜੇ ਪਿਆਰ ਦੇ ਨਾਲ ਸੁਣਦੇ ਹਾਂ ਉਹਨਾਂ ਨੇ ਸਾਨੂੰ ਕੀ ਸਿਖਾਇਆ ਹੈ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਹ ਜਪਜੀ ਸਾਹਿਬ ਤੋਂ ਆਰੰਭ ਹੁੰਦੀ ਹੈ। ਉਹਨਾਂ ਨੇ ਆਪਣੀ ਦਿਵਯ ਦ੍ਰਿਸ਼ਟੀ ਔਰ ਪ੍ਰਮਾਂਡ ਕੇ ਜਿਹੜੇ ਗਹਿਰੇ ਰਹੱਸ ਸੀਗੇ ਉਹਨਾਂ ਦਾ ਸਾਰ ਪ੍ਰਸਤੁਤ ਕਰਦੀ ਹੈ। ਆਪ ਜੀ ਨੇ ਜਿਹੜਾ ਮੂਲ ਮੰਤਰ ਹੁਣੇ ਸੁਣਿਆ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ ਉਹਨਾਂ ਦਾ ਹੀ ਲਿਖਿਆ ਹੋਇਆ ਹੈ। ਇਹਦੇ ਵਿੱਚ ਉਹ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਉਹ ਸਾਨੂੰ ਸਮਝਾ ਰਹੇ ਹਨ ਕਿ ਭਰਾਵਾ, ਇਹ ਜਿਹੜਾ ਮੰਤਰ ਹੈ ਇਹਨਾਂ ਨੂੰ ਸਮਝਣ ਦੀ ਲੋੜ ਹੈ। ਉਹ ਕਿਵੇਂ ਸਮਝਿਆ ਜਾਊਗਾ? ਉਹ ਹੈ ਏਕ ਓੰਕਾਰ। ਏਕ ਓੰਕਾਰ ਦਾ ਮਤਲਬ ਕੀ ਹੁੰਦਾ ਹੈ? ਏਕ ਓੰਕਾਰ ਦਾ ਮਤਲਬ ਉਹਨਾਂ ਨੇ ਸਮਝਾਇਆ ਕਿ ਈਸ਼ਵਰ ਏਕ ਹੈ, ਉਹ ਅਨੇਕ ਨਹੀਂ ਹੈ। ਆਪਣੇ ਪਿਆਰ ਦੇ ਵਿੱਚ ਆ ਕੇ ਆਪਾਂ ਨੇ ਉਹਨਾਂ ਦੇ ਅਨੇਕੋਂ ਨਾਮ ਰੱਖ ਦਿੱਤੇ ਹਨ, ਲੇਕਿਨ ਉਹਨਾਂ ਦੀ ਜਿਹੜੀ ਹਸਤੀ ਹੈ ਉਹ ਇੱਕੋ ਹੀ ਹੈ। ਦੇਖੋ, ਜਿਵੇਂ ਸੂਰਜ ਤੋਂ ਕਿਰਨੇ ਆਉਂਦੀ ਹੈ, ਅਬ ਹੁਣ ਦੇਖੋ ਉਹ ਕਿਰਨ ਇੱਕ ਥਾਂ ਤੇ ਪੜ ਰਹੀ ਹੈ, ਦੂਜੀ ਕਿਰਨ ਦੂਜੇ ਥਾਂ ਤੇ ਪੜ ਰਹੀ ਹੈ, ਤੀਜੀ ਕਿਰਨ ਤੀਜੇ ਥਾਂ ਤੇ ਪੜ ਰਹੀ ਹੈ ਐਂਡ ਸੋ ਔਨ। ਲੇਕਿਨ ਕੀ ਤੁਸੀਂ ਕਹਿ ਸਕਦੇ ਹੋ ਕਿ ਕਿਰਨ ਦੀ ਜਿਹੜੀ ਹਸਤੀ ਹੈ ਉਹ ਅਲੱਗ ਹੈ ਤੇ ਸੂਰਜ ਦੀ ਜਿਹੜੀ ਹਸਤੀ ਹੈ ਉਹ ਅਲੱਗ ਹੈ? ਨਹੀਂ ਕਹਿ ਸਕਦੇ। ਫਿਰ ਸਾਨੂੰ ਕੋਈ ਸਿਆਣਾ ਆ ਕੇ ਸਮਝਾਉਂਦਾ ਹੈ ਕਿ ਭਰਾਵਾ, ਉਹ ਜਿਹੜਾ ਸੂਰਜ ਹੈ ਉਹ ਇੱਕੋ ਹੀ ਹੈ। ਜਦ ਸੂਰਜ ਦੀ ਹਸਤੀ ਅਲੱਗ ਨਹੀਂ ਹੋ ਸਕਦੀ ਤਾਂ ਉਹਨਾਂ ਦੀ ਕਿਰਨ ਦੀ ਹਸਤੀ ਕਿਵੇਂ ਅਲੱਗ ਹੋ ਸਕਦੀ ਹੈ? ਤਾਂ ਉਹੀ ਸਾਨੂੰ ਸਮਝਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ ਕਿ ਇੱਕ ਓੰਕਾਰ, ਕਿ ਉਹ ਜਿਹੜਾ ਪਰਮਾਤਮਾ ਹੈ, ਉਹ ਜਿਹੜਾ ਅਕਾਲ ਪੁਰਖ ਹੈ, ਉਹ ਇੱਕ ਹੈ ਭਾਈ, ਅਨੇਕ ਨਹੀਂ ਹੋ ਸਕਦਾ। एकस पिता एकस के हम बारिक, कि हम उसे एक पिता की संतान हन। फिर सानू अगे समझा रहे हन सतनाम, उसका नाम सत्य है। हुण कह रहे हन द ओनली नेम दैट इज ट्रूथ इन दिस होल यूनिवर्स इज हिज नेम, कि उन्हां दा जिहड़ा नाम है ਉਹ ਹੀ ਸੱਚ ਹੈ। ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਝੂਠ ਹਨ, ਉਹ ਭਰਮ ਹਨ। ਅੱਗੇ ਫਿਰ ਸਾਨੂੰ ਕੀ ਸਮਝਾ ਰਹੇ ਹਨ? ਫਿਰ ਕਹਿ ਰਹੇ ਹਨ ਕਰਤਾ ਪੁਰਖ। ਕਰਤਾ ਪੁਰਖ ਕਹਿੰਦੇ ਹੈ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਇਸ ਸ੍ਰਿਸ਼ਟੀ ਦਾ ਰਚਇਤਾ ਹੈ। ਹੀ ਇਜ਼ ਦ ਕ੍ਰੀਏਟਰ ਆਫ ਦਿਸ ਵਰਲਡ ਐਂਡ यूनिवर्स। ਫਿਰ ਕਹਿ ਰਹੇ ਹਨ ਨਿਰਭਉ, ਕਿ ਵह ਭੈ ਰਹਿਤ ਹੈ, ਉਹਨਾਂ ਨੂੰ ਕੋਈ ਭੈ ਨਹੀਂ ਹੈ ਕਿਸੇ ਚੀਜ਼ ਦਾ। ਹੁਣ ਕਹਿ ਰਹੇ ਹਨ ਨਿਰਵੈਰ, ਕਿ ਉਹ ਵੈਰ ਰਹਿਤ ਹੈ, ਉਹ ਕਿਸੇ ਦੇ ਨਾਲ ਈਰਸ਼ਾ ਜਾਂ ਵੈਰ ਨਹੀਂ ਰੱਖਦਾ। ਉਹ ਸਾਰਿਆਂ ਨੂੰ ਪਿਆਰ ਕਰਦਾ ਹੈ, ਸਾਰਿਆਂ ਨੂੰ ਇੱਕੋ ਜਿਹਾ ਮੰਨਦਾ ਹੈ। ਫਿਰ ਅੱਗੇ ਸਾਨੂੰ ਸਮਝਾ ਰਹੇ ਹਨ ਅਕਾਲ ਮੂਰਤ, ਕਿ ਉਹ ਕਾਲ ਰਹਿਤ ਸਰੂਪ ਹੈ, ਸਮੇਂ ਸੇ ਪਰੇ, ਉਹਨਾਂ ਦਾ ਕੋਈ ਸਮੇਂ ਨਹੀਂ ਹੈ। ਉਹ ਜਿਹੜੀ ਟਾਈਮ ਜਿਹੜਾ ਬੀਇੰਗ ਸੋਰਸ ਹੈ ਉਸ ਤੋਂ ਬਹੁਤ ਬਿਯੋਂਡ ਹੈ। फिर कह रहे हैं अजूनी, वह जन्म मरण से परे है, देयर इज नो बर्थ एंड डेथ देयर, उत्थे ना कोई मौत है ना कोई जीवन है। आगे सानू समझा रहे हैं सैभम,
वह स्वयं प्रकाशित है, स्वंभू है, ही इज सेल्फ जनरेटेड, कि ਉਹ खुद बड़ा है, खुद ਉਹਦੀ ਇੱਕ ਜੋਤ है। आखिरी ਦੇ ਵਿੱਚ ਕਹਿ ਰਹੇ ਹਨ गुर प्रसाद वह गुरु की कृपा से प्राप्त होता है, बिना गुरु के प्राप्त नहीं हो सकता। ਜੇ ਆਪਾਂ ਇਸ ਬਾਣੀ ਨੂੰ ਵੀ ਸਮਝ ਲਈਏ, ਇਨ ਵਰਡਸ ਨੂੰ ਵੀ ਸਮਝ ਲਈਏ, ਤਾਂ ਫਿਰ ਸਾਨੂੰ ਹੋਰ ਸਮਝਣ ਦੀ ਲੋੜ ਨਹੀਂ ਹੈ। ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਹਨ ਕਿ ਭਰਾਵਾ ਆਪਾਂ ਨੇ ਗੁਰੂ ਦੀ ਸ਼ਰਨ ਲੈ ਕੇ ਉਸ ਪ੍ਰਮਾਤਮਾ ਨੂੰ ਪਾਣਾ ਹੈ। ਉਹਦੀ ਜਿਹੜੀ ਕੁੰਜੀ ਹੈ ਉਸ ਗੁਰੂ ਦੇ ਹੱਥ ਦੇ ਵਿੱਚ ਹੈ। ਹੁਣ ਸਾਨੂੰ ਬੜੇ ਪਿਆਰ ਦੇ ਨਾਲ ਉਹ ਦੇ ਰਹੇ ਹਨ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਕਹਿ ਰਹੇ ਹਨ ਕਿ ਭਰਾਵਾ ਉਹ ਜਿਹੜਾ परमात्मा है वो एक है, उसका नाम सत्य है, वही सब कुछ बनाने वाला है, उसका कोई डर नहीं, वो दुश्मनी नहीं रखता, वो समय से परे है, वह जन्म मृत्यु के चक्र से बाहर है, वह खुद से प्रकट हुआ है और हम उसे गुरु की कृपा से जान सकते हैं। गुरु नानक देव जी ने अपनी बाणियां दे विच आडंबरों और पाखंडों का खंडन किया है, लेकिन अज आप की करके बह गए हैं, आप हर चीज नूं एक इवेंट बना के बह गए हैं कि हुण आपां ने एक एंटरटेनमेंट वास्ते चीज़ां नूं करना शुरू कर दिता है। आज आपां उन्हां दी बाणियां नूं नहीं पढ़ते, आज आपां उन्हां दी जिहड़ी टीचिंग हन उन्हां नूं परे रख के अपने कन्वीनियंस दे मुताबक चीज़ां नूं करना शुरू कर दिंदे हन। भरावा तुसीं जे उन्हां दी गल ही नहीं मनोगे, उन्हां दी गल ही नहीं पढ़ोगे, तां फिर की फायदा होवेगा। ये जिहड़ा गुरुपुरब है एक दिन दा नहीं हुंदा, ये तां 24 घंटे 365 दिन साडी जिंदगी दे विच होना चाहिदा है। उस गुरु दी जिहड़ी बाणी है वो साडे हर 24 घंटे सारे दिमाग दे विच होनी चाहिदी है, तां गुरुपुरब होवेगा। ये ਜਿਹੜੀਆਂ दिन ਆਉਂਦੇ ਨੇ ਸਾਨੂੰ ਰਿਮੈਂਬਰੈਂਸ ਵਾਸਤੇ ਆਉਂਦੇ ਨੇ, ਸਾਨੂੰ याद ਦਿਲਾਉਣ ਵਾਸਤੇ ਆਉਂਦੇ ਨੇ ਕਿ ਭਰਾਵਾ ਉਸ ਗੁਰੂ ਨੇ ਅੱਜ ਦੇ ਦਿਨ ਜਨਮ ਲਿੱਤਾ ਸੀ, ਉਹਨਾਂ ਨੇ ਸਾਨੂੰ ਸਿਖਾਉਣ ਵਾਸਤੇ ਜਨਮ ਲਿੱਤਾ ਸੀ, ਉਹਨਾਂ ਨੇ ਆਪਣਾ ਪੂਰਾ ਜੀਵਨ ਵਾਰ ਦਿੱਤਾ ਸਾਨੂੰ ਸਮਝਾ ਕੇ ਆਪਾਂ ਸਮਝੇ ਕਿ ਨਹੀਂ ਸਮਝੇ, ਇਹ ਸਾਡੇ ਉੱਤੇ ਮੁਨੱਸਰ ਹੈ। ਸਾਨੂੰ ਸੋਚਣ ਦੀ ਲੋੜ ਹੈ, ਆਡੰਬਰਾਂ ਦੇ ਵਿੱਚ ਨਹੀਂ ਫਸਣਾ ਹੈ। ਉਹਨਾਂ ਨੇ ਸਾਨੂੰ ਸਮਝਾਇਆ ਕਿ ਭਰਾਵਾ ਭਾਰੀ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ, ਤੁਸੀਂ ਕਿੰਨੀ ਮਰਜ਼ੀ ਭਾਰ ਦਿਖਾਵਾ ਕਰੀ ਜਾਓ ਉਹਨਾਂ ਤੋਂ ਨਹੀਂ ਹੋ ਸਕਦਾ। ਜਦ ਵੀ ਹੋਵੇਗਾ ਅੰਦਰ ਤੋਂ ਹੋਵੇਗਾ। ਜਦ ਉਹਨਾਂ ਦੀ ਬਾਣੀ ਨੂੰ ਆਪਾਂ ਲੈ ਕੇ ਆਪਣੇ ਇੱਥੇ ਤੀਸਰੇ ਤਿਲ ਦੇ ਉੱਤੇ ਟਿਕਾਵਾਂਗੇ, ਉਸ ਚੀਜ਼ ਨੂੰ ਸਮਝਾਂਗੇ, ਤਾਂ ਉਹ ਪ੍ਰਕਾਸ਼ ਪੂਰਬ ਹੋਵੇਗਾ, ਸਾਡੇ ਅੰਦਰ ਉਹ ਜੋਤ ਜਗੂਗੀ, ਤਦ ਉਹਨਾਂ ਨੂੰ ਸੱਚੀ ਜਿਹੜੀ ਪ੍ਰਕਾਸ਼ ਪੂਰਬ ਹੈ ਆਪਣੇ ਗੁਰੂ ਦਾ ਉਹ ਮਿਲੂਗਾ। ਉਹ ਚਾਹੁੰਦੇ ਆ ਮੇਰੇ ਬੱਚੇ ਜਿਹੜੇ ਹਨ ਉਹ ਮੇਰੀ ਬਾਣੀ ਦੇ ਉੱਤੇ ਧਿਆਨ ਧਰਨ, मेरी बाणी नूं जपण, ਉਹ ਉਹਨਾਂ ਦੇ ਲਈ ਪ੍ਰਕਾਸ਼ ਪੁਰਬ ਹੋਵੇਗਾ। ਆਪਾਂ ਨੇ ਇਹਨਾਂ ਨੂੰ ਸਿਰਫ ਇਵੈਂਟ ਨਹੀਂ ਬਣਾਉਣਾ ਹੈ, ਸਾਨੂੰ ਤਾਂ ਇਹ ਅਲਾਰਮਿੰਗ ਸਿਚੁਏਸ਼ਨ ਸਮਝਣੀ ਹੈ ਕਿ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ, ਸਾਨੂੰ ਕਹਿ ਰਹੇ ਹਨ ਭਰਾਵਾ ਸਤਸੰਗ ਦੇ ਵਿੱਚ ਜਾਵੋ, ਨਾਮ ਜਪੋ। ਉਹ ਸਾਨੂੰ ਸਮਝਾ ਰਹੇ ਹਨ, ਉਹ ਭਜਨ ਸਿਮਰਨ ਕਰੋ, ਉਹ ਸਾਨੂੰ ਸਮਝਾ ਰਹੇ ਹਨ। ਉਹਨਾਂ ਨੇ ਸਾਨੂੰ ਕਦੇ ਨਹੀਂ ਕਿਹਾ ਕਿ ਆਪਾਂ ਕਿਸੇ ਆਡੰਬਰਾਂ ਦੇ ਵਿੱਚ ਫਸੀਏ ਜਾਂ ਕਿਸੇ ਹੋਰ ਕਿਸੇ ਚੀਜ਼ ਦੇ ਵਿੱਚ ਫਸੀਏ ਤਾਂ ਸਾਡੇ ਨਾਲ ਕੁਝ ਹੋਵੇਗਾ, ਨਹੀਂ ਹੋ ਸਕਦਾ। ਉਹਨਾਂ ਨੇ ਸਾਨੂੰ ਸਮਝਾਇਆ ਕਿ ਸਾਨੂੰ ਜਿਹੜੀ ਪਿਉਰੀਫਿਕੇਸ਼ਨ ਹੈ ਉਹ ਇੰਟਰਨਲ ਲਾਣੀ ਹੈ, ਅੰਦਰ ਦੀ ਸ਼ੁੱਧਤਾ ਲਾਣੀ ਹੈ। ਸੱਚੇ ਪ੍ਰੇਮ ਦੇ ਨਾਲ ਉਸ ਈਸ਼ਵਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪ ਜੀ ਨੇ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਭਰਾਵਾ ਸ਼ੁਰੂਆਤ ਪ੍ਰੇਮ ਔਰ ਪਿਆਰ ਤੋਂ ਹੋਵੇਗੀ। ਜੇ ਸਾਡੇ ਮਨ ਦੇ ਵਿੱਚ ਪਿਆਰ ਨਹੀਂ ਹੈ ਉਹ ਪਰਮਾਤਮਾ ਸਾਨੂੰ ਕਦੇ ਨਹੀਂ ਮਿਲ ਸਕਦਾ। ਉਹਨਾਂ ਨੇ ਕਿਹਾ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸਿਫਤ ਕਰਨੀ। ਉਹਨਾਂ ਨੇ ਸਾਨੂੰ ਸਮਝਾਇਆ ਕਿ ਨਾਨਕ ਸੱਤੇ ਕੀ ਬਾਣੀ ਕਹਿੰਦੇ ਹਨ। ਉਹ ਸਾਨੂੰ ਸਮਝਾ ਰਹੇ ਹਨ ਕਿ ਸੱਚ ਦੀ ਮਹਿਮਾ ਦਾ ਗੁਣਗਾਨ ਹੀ ਗੁਰੂ ਕਰਦਾ ਹੈ। ਉਹਨਾਂ ਨੇ ਹਮੇ ਕੀ ਸਮਝਾਇਆ? ਉਹਨਾਂ ਨੇ ਸਾਨੂੰ ਕਿਹਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਜਿਹੜੇ 3 ਸਿਧਾਂਤ ਉਹਨਾਂ ਨੇ ਸਾਨੂੰ ਦਿੱਤੇ, ਇਹ ਕੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਰਹੇ ਹਾਂ? ਸਾਨੂੰ ਸਮਝਣ ਦੀ ਲੋੜ ਹੈ ਉਹਨਾਂ ਨੇ ਸਾਨੂੰ ਕੀ ਸਮਝਾਇਆ। ਉਹਨਾਂ ਨੇ ਕਿਹਾ ਕਿਰਤ ਕਰੋ। ਇਹਨਾਂ ਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਕਿ ਸਿਰਫ ਸਾਨੂੰ ਫਿਜ਼ੀਕਲ ਹਾਰਡ ਵਰਕ ਨਹੀਂ, ਸਿਰਫ शारीरिक श्रम नहीं, बल्कि ईमानदारी और लगन दे नाल अपने कर्तव्यों का
पालन करना है। अपने हर कर्म ईमानदारी और सेवा दे नाल करना है ते उस मालिक ते समझ के करना है। फिर उन्होंने सानू आगे की समझाया, नाम जपो। उन्होंने कहा कि केवल जपण दा मतलब रटना नहीं है कि आपां सिर्फ रटने दी गल कर रहे हैं। उन्होंने कहा ईश्वर दा ओ जड़ा नाम है उसनू उस कंसंट्रेशन दे नाल, उस प्रेम और प्यार दे नाल इत्थे टिकाना है। ओ ईश्वर दे जड़े गुण हन, ओ जड़े क्वालिटीज हन, उन्होंने धारण करना है। उस परमात्मा की सत्ता दा हर पल महसूस करना है। जब हम नाम जपेंगे तो जड़ा साडा मन है ओ तृप्तता दे विच जाऊगा। उसनू ओ नेक्टर जड़ा है, ओ जड़ा स्रोत है ओ मिलूगा। उसनू पी के ये शांत हो जाएगा। ओ अहंकार जड़ा है ओ मिट जाएगा ते साडे अंदर ओ पॉजिटिव एनर्जी जेडी है ओ भर जाएगी। ता उस दा सानू समझाण दी कोशिश कर रहे हैं कि जद आपां एक सच्चे सत्संगी बनांगे। सत्संगी दा मतलब हुंदा है सत दा संगी, जो सच दी पहचान करके उसका संग करता है, लेकिन होवेगा प्रेम देना। फिर आगे सानू की समझा रहे हैं, आगे सानू कह रहे हैं वंड छको। हुण वंड छकना की है? देखो हुण थोड़ा जा सोशल रिस्पॉन्सिबिलिटी की तरफ लेके जा रहे हैं। वो समाजिक जिहड़ी समानता है, जिहड़ी इक्वलिटी है, जिहड़ी सर्विस है, जिहड़ी सेवावां हन, उन्होंने समझाण की कोशिश कर रहे हैं। आपां सारे जानते हैं गुरु नानक देव जी ने लंगर की जिहड़ी प्रथा सी वो शुरू की सी। अज जिहड़ा लंगर सारी दुनिया दे विच चल रहा है वो उन्हां दे सिद्धांत दे उत्ते ही चल रहा है। उन्होंने सानू की समझाया? सब तो पहला उन्होंने सानू समझाया कि भरावा आपां उस परमात्मा दे बच्चे हैं, सारे इक्को हैं, आपां अलग नहीं हैं। तो उन्होंने कहा कि किसी भी भेदभाव दे विच सानू नहीं आना है, सारियां नू इकट्ठे बह के रोटी खानी है। उन्होंने सानू जिहड़ा लंगर दा कंसैप्ट सी ये ता करके ही बनाया सी कि जिहड़ा ऊंच नीच दा जिहड़ा भाव है वो खत्म हो जावे। अज वो सानू समझा रहे हैं वंड छको। हुण वो सानू की कह रहे हैं? देखो परमात्मा ने जे सानू वो काबलियत दिती है, धन दी, संपत्ति दी जां होर किसी दी ताकत सानू दिती है, तो उन्होंने सानू कहा है कि भरावा उस मालिक दा शुक्र करते हुए उस चीज नू शेयर करो, दूजिया दे नाल उन्हां नू वंडो, उन्हां नू बांटो, साझा करनी चाहिदियां हन। ये नहीं कि जी मेरा 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 करदे करदे तुसी अपना भरदे जाओ कि थोड़े आले दुआले कोई बेचारा भुक्का बैठा है, किसी नू लोड़ है, तुसी कह रहे हो जी मैं नहीं देना, ये तो मेरा है। भरावा ये नहीं करना है। एक होर चीज जिहड़ी नेगेटिव पॉइंट दे उत्ते साडे मन दे विच आ रही है, देखण नू मिलता है जे आपां किसी गरीब नू वेखदे हां, साडे कोल वो ताकत होंदे हुए भी कि आपां उन्हां दी मदद कर सकदे हां, आपां कह दिंदे हां जी इन्हां दे कर्म हैगे आ। भरावा आपां कौन है किसी दे कर्म जानण वाले? कि सानू अपने कर्म दा पता है? मालिक ने जे सानू वो दात बख्शी है तब भरावा पीछे नहीं हटना है। ना किसी दी देखनी है जात, ना किसी दा देखना है धर्म, ना किसी दी देखना है रूप, ना रंग, ना मजहब। देखना है तो सिर्फ इंसान। इंसान नू समझ के वंड छकना है। उन्हां नू वो चीज बख्शनी है कि भरावा ये मैं भी नहीं दे रहा, मैं तो सिर्फ एक मीडिएटर हन, एक जरिया हन, उस परमात्मा ने तेरे कोलों भेजिया है। वो उसदा ही सारा कुछ है, वही देण वाला है। तो सानू भी ये जिहड़ी चीज है वो समझण दी लोड़ है कि आपां नू भी जरूरतमंदां दी मदद करनी है। जे आपां किसी दी कोई मदद कर सकते हां तो जरूर करनी चाहिए है, क्योंकि ये साडा फर्ज है, जिम्मेवारी है। देखो पशु पंछी जिहड़े हैं वो साडी सहायता ले आ नहीं सकते, जानवरां दी बोली सानू समझ नहीं आउंदी, तो इंसान नू ही इंसान दी मदद करनी पैनी है। ते आपां ने ये जिम्मेवारी चुकनी है। जिन्ना भी साडे तो बड़े,
ਜਿੰਨਾ ਵੀ ਸਾਡੇ ਤੋਂ ਬਣੇ। ਜੇ ਆਪਾਂ ਦੀ ਹੈਸੀਅਤ ਕਿਸੇ ਨੂੰ ਇੱਕ ਰੋਟੀ ਦੇਣ ਦੀ ਹੈ, ਇੱਕ ਰੋਟੀ ਦਿਓ, ਕਿਸੇ ਨੂੰ 50,000 ਦੇਣ ਦੀ ਹੈ, 50,000 ਦਿਓ। ਹੁਣ ਤੁਹਾਡੇ ਉੱਤੇ ਹੈ, ਤੁਸੀਂ ਸਾਰੇ ਜਾਣਦੇ ਹੋ ਤੁਹਾਡੀ ਕੀ ਕੈਪੈਬਿਲਿਟੀ ਹੈ, ਲੇਕਿਨ ਕਰਨਾ ਸਾਰਿਆਂ ਨੇ ਹੈ। ਮਿਹਨਤ ਕਰਕੇ ਕਰੋ, ਉਹ ਮਿਹਨਤ ਕਰਨੀ ਜ਼ਰੂਰੀ ਹੈ। ਫਿਰ ਅੱਗੇ ਸਾਨੂੰ ਕੀ ਸਮਝਾ ਰਹੇ ਹਨ? ਹੁਣ ਥੋੜਾ ਜਿਹਾ ਸੋਸਾਇਟੀ ਦਾ ਐਵਿਲ ਪਰਸਪੈਕਟਿਵ ਜਿਹੜਾ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੋ ਕਿਉ ਬੰਦਾ ਆਖੀਏ ਜਿਤ ਜੰਮੇ ਰਾਜਾਨ, ਸੋ ਕਿਉ ਬੰਦਾ ਆਖੀਏ ਜਿਤ ਜੰਮੇ ਰਾਜਾਨ। ਹੁਣ ਕਹਿ ਰਹੇ ਹਨ ਸੋ ਕਿਉਂ ਬੰਦਾ ਆਖੀਏ ਚਿਤ ਜੰਮੇ ਰਾਜਾਨ। ਹੁਣ ਦੇਖੋ ਅੱਜ ਕੱਲ ਤਾਂ ਖੈਰ ਫੇਰ ਵੀ ਸੋਸ਼ਲ ਇਕੁਐਲਿਟੀ ਆ ਗਈ ਹੈ ਜੈਂਡਰ ਦੇ ਵਿੱਚ। ਅੱਜ ਕੱਲ ਔਰਤ ਤੇ ਆਦਮੀ ਦੇ ਵਿੱਚ ਉਹ ਫਰਕ ਨਹੀਂ ਰਹਿ ਗਿਆ ਹੈ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਇਹ ਬਾਣੀ ਲਿਖੀ ਸੀ ਕਿਉਂਕਿ ਉਸ ਵਕਤ ਬਹੁਤ ਸਾਰਾ ਭੇਦ ਸੀ। ਅੱਜ ਵੀ ਕੁਝ ਪਿੰਡਾਂ ਦੇ ਵਿੱਚ, ਕੁਝ ਏਰੀਆ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਔਰਤ ਨੂੰ ਮਾੜਾ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਈ ਜੇ ਕਿਸੇ ਔਰਤ ਨੇ ਕਿਸੇ ਕੁੜੀ ਨੂੰ ਜਨਮ ਦੇ ਦਿੱਤਾ ਤਾਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਬਈ ਇਹਨਾਂ ਦੀ ਕੋਖ ਜਿਹੜੀ ਹੈ ਉਹ ਖਰਾਬ ਹੈ। ਤਾਂ ਉਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹਨਾਂ ਨੇ ਕਿਹਾ ਕਿ ਤੁਸੀਂ ਕਿਸ ਨੂੰ ਬੁਰਾ ਕਹਿ ਰਹੇ ਹੋ? ਉਸ ਮਾਂ ਨੂੰ ਬੁਰਾ ਕਹਿ ਰਹੇ ਹੋ ਜਿੱਥੋਂ ਵੱਡੇ ਵੱਡੇ ਰਾਜੇ, ਮਹਾਰਾਜੇ, ਸੰਤ, ਪੀਰ, ਪੈਗੰਬਰ ਜੰਮੇ ਹਨ। ਕਿ ਉਹ ਆਪਣੇ ਆਪ ਆ ਗਏ ਸੀ? ਉਹ ਵੀ ਤਾਂ ਕਿਸੇ ਮਾਂ ਦੀ ਕੋਖ ਤੋਂ ਆਏ ਸੀ। ਲੇਕਿਨ ਇਨਸਾਨ ਜਿਹੜਾ ਹੈ ਉਹ ਆਪਣੀ ਸੋਚ ਦੇ ਉੱਤੇ ਪੁੱਠੇ ਜਿਹੜੀ ਸੋਚ ਹੈ ਉਹਨਾਂ ਨੂੰ ਲੈ ਕੇ ਚੱਲਦਾ ਹੈ। ਉਹ ਸਾਨੂੰ ਸਮਝਾ ਰਹੇ ਹਨ ਕਿ ਭਰਾਵਾ ਇਹ ਉਸ ਮਾਂ ਦੀ ਗਲਤੀ ਨਹੀਂ ਹੁੰਦੀ ਹੈ। ਤੁਸੀਂ ਇਹ ਵੀ ਤਾਂ ਵੇਖੋ ਕਿ ਜਿਸ ਕੋਖ ਤੋਂ ਕੁੜੀ ਆ ਰਹੀ ਹੈ ਉਸ ਕੋਖ ਤੋਂ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆਏ ਹਨ। ਉਸ ਕੋਖ ਤੋਂ ਮੀਰਾ ਬਾਈ ਵੀ ਆਈ ਹਨ, ਉਸ ਕੋਖ ਤੋਂ ਸਹਿਜੋ ਬਾਈ ਵੀ ਆਈ ਹਨ, ਉਸ ਕੋਖ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਆਏ ਹਨ, ਗੁਰੂ ਨਾਨਕ ਦੇਵ ਜੀ ਆਏ ਹਨ, ਗੁਰੂ ਅਮਰਦਾਸ ਜੀ ਆਏ ਹਨ, 10ਵੀਂ ਪਾਤਸ਼ਾਹੀ ਇੰਨੀ ਪੂਰੀ 10 ਪਾਤਸ਼ਾਹੀ ਆਈ ਹਨ, ਇੰਨੇ ਵੱਡੇ ਵੱਡੇ ਗੁਰੂ ਪੀਰ ਪੈਗੰਬਰ ਆਏ ਹਨ। ਆਪਾਂ ਕੌਣ ਆ ਕਿਸੇ ਦੀ ਕੋਖ ਨੂੰ ਗਾਲਾਂ ਕੱਢਣ ਵਾਲੇ? ਤਾਂ ਉਹ ਸਾਨੂੰ ਸਮਝਾ ਰਹੇ ਹਨ ਕਿ ਆਪਾਂ ਨੂੰ ਮੰਦਾ ਨਹੀਂ ਕਹਿਣਾ ਹੈ, ਆਪਾਂ ਨੂੰ ਸਿਰਫ ਉਸ ਪਰਮਾਤਮਾ ਦੀ ਦਾਤ ਜਿਹੜੀ ਹੈ ਉਸ ਦੀ ਕਦਰ ਕਰਨੀ ਹੈ। ਸਾਡੇ ਮਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਹੈ ਕਿ ਇਹ ਕੁੜੀ ਹੈ ਜਾਂ ਇਹ ਮੁੰਡਾ ਹੈ। ਭਰਾਵਾ ਚੰਗਾ ਇਨਸਾਨ ਹੈ ਤਾਂ ਉਹ ਚੰਗੀ ਕੁੜੀ ਹੈ, ਉਹ ਚੰਗਾ ਮੁੰਡਾ ਹੈ। ਜੇ ਦੋਨੋਂ ਹੀ ਪੁੱਠੇ ਕੰਮ ਦੇ ਉੱਤੇ ਹੈ, ਦੋਨੋਂ ਹੀ ਮਾੜੇ ਹਨ। ਸਾਨੂੰ ਤਾਂ ਚੰਗਾ ਇਨਸਾਨ ਬਣਨਾ ਹੈ। ਆਪਣੇ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਹੁਣ ਗੁਰੂ ਨਾਨਕ ਦੇਵ ਜੀ ਸਾਨੂੰ ਇੱਕ ਹੋਰ ਸੋਸ਼ਲ ਐਵਿਲ ਦੇ ਜਿਹੜਾ ਸੋਸਾਇਟੀ ਦੇ ਵਿੱਚ ਉਹਨਾਂ ਦੇ ਬਾਰੇ ਸਮਝਾ ਰਹੇ ਹਨ। ਹੁਣ ਸਾਨੂੰ ਕੀ ਸਮਝਾ ਰਹੇ ਹਨ? ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੇਖੋ ਸਾਡੀ ਕੰਟਰੀ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਔਰਤ ਦੇ ਆਦਮੀ ਦਾ ਫਰਕ ਸੀ ਇਹ ਤਾਂ ਬਹੁਤ ਘਟ ਗਿਆ ਹੈ। ਹੁਣ ਤਾਂ ਬਰਾਬਰੀ ਤੇ ਵੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਨ। ਲੇਕਿਨ ਇੱਕ ਸਭ ਤੋਂ ਵੱਡਾ ਐਵਿਲ ਜਿਹੜਾ ਹੈ ਉਹ ਹੈ ਕਾਸਟਿਜ਼ਮ ਦਾ, ਜਾਤ ਪਾਤ ਦਾ, ਊਚ ਨੀਚ ਦਾ। ਉਹ ਅਜੇ ਤੱਕ ਵੀ ਨਹੀਂ ਮਿਟਿਆ ਹੈ। ਕੰਮ ਹੋ ਗਿਆ ਹੈ ਲੇਕਿਨ ਮਿਟਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਭਰਾਵਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਕਿ ਪਰਮਾਤਮਾ ਕੇ ਪੁੱਤਰ ਆਪਾਂ ਤਾਂ ਉਸ ਇੱਕ ਪਰਮਾਤਮਾ ਦੇ ਰੂਪ ਹਨ, ਉਸ ਇੱਕ ਨੂਰ ਤੋਂ ਆਏ ਹਨ। ਕਿ ਈਸ਼ਵਰ ਨੇ ਸਭ ਤੋਂ ਪਹਿਲਾਂ ਆਪਣਾ ਨੂਰ ਜਿਹੜਾ ਹੈ ਉਹ ਪ੍ਰਕਾਸ਼ ਬਣਾਇਆ, ਉਸ ਪ੍ਰਕਾਸ਼ ਤੋਂ ਇਹ ਸ੍ਰਿਸ਼ਟੀ ਬਣਾਈ। ਫਿਰ ਇਸ
ਪ੍ਰਕਾਸ਼ ਤੋਂ ਹੀ ਆਪਾਂ ਸਾਰੇ ਉਤਪੰਨ ਹੋਏ ਹਨ, ਆਪਾਂ ਉਸ ਇੱਕ ਨੂਰ ਦੇ ਬੱਚੇ ਹਨ। ਤਾਂ ਫਿਰ ਆਪਾਂ ਜਬ ਇੱਕ ਨੂਰ ਦੇ ਬੱਚੇ ਹਨ, ਇੱਕ ਪਰਮਾਤਮਾ ਦੇ ਬੱਚੇ ਹਨ, एकस पिता एकस के हम बारिक, फिर ਆਪਾਂ ਇੱਕ ਦੂਜੇ ਦੇ ਲਈ ਭੇਦਭਾਵ ਕਿਵੇਂ ਕਰ ਸਕਦੇ ਹਾਂ? ਤੁਸੀਂ ਮੈਨੂੰ ਦੇਖੋ, ਇੱਕ 3 ਬੱਚੇ ਹਨ, ਉਹ ਇੱਕ ਮਾਂ ਤੋਂ ਜੰਮੇ ਹਨ। ਕੀ ਤੁਸੀਂ ਉਹਨਾਂ ਦੇ ਵਿੱਚ ਭੇਦਭਾਵ ਕਰ ਸਕਦੇ ਹੋ ਕਿ ਭਰਾਵਾ ਤੂੰ ਉੱਚ ਹੈ, ਤੂੰ ਨੀਚ ਹੈ? ਨਹੀਂ ਕਰ ਸਕਦੇ ਹਨ। ਮਾਵਾਂ ਦੇ ਲਈ ਤਿੰਨੋਂ ਇੱਕੋ ਜਿੱਕੇ ਹਨ। ਤਾਂ ਭਰਾਵਾ ਫਿਰ ਜਦ ਆਪਾਂ ਉਸ ਪਰਮਾਤਮਾ ਦੇ ਬੰਦੇ ਹਨ, ਆਪਾਂ ਸਾਰੇ ਆਪਣੀ ਉਂਗਲ ਨੂੰ ਉੱਪਰ ਚੁੱਕ ਕੇ ਕਹਿੰਦੇ ਹਾਂ ਕਿ ਆਪਾਂ ਉਸ ਪਰਮਾਤਮਾ ਦੇ ਬੱਚੇ ਹਨ, he is the creator of us, then how can we differentiate between us on the basis of casteism and all these down and up hierarchical position that we created? ਤਾਂ ਉਹ ਸਾਨੂੰ ਸਮਝਾ ਰਹੇ ਹਨ ਕਿ ਭਰਾਵਾ ਆਪਾਂ ਉਸ ਇੱਕ ਨੂਰ ਦੇ ਬੱਚੇ ਹਨ, ਕੁਦਰਤ ਕੇ ਸਭ ਬੰਦੇ। ਉਸ ਕੁਦਰਤ, ਉਸ ਪਰਮਾਤਮਾ ਨੂੰ ਕਹਿ ਰਹੇ ਹਨ ਕਿ ਉਸਕੇ ਬੰਦੇ ਹਨ। ਤਾਂ ਫਿਰ ਆਪਾਂ ਕਿਵੇਂ ਭਲੇ ਔਰ ਮੰਦੇ ਹੋ ਸਕਦੇ ਹਨ? ਸਾਨੂੰ ਇਹ ਜਿਹੜੀ ਐਵਿਲਨੈਸ ਹੈ, ਇਹ ਘਟਾਉਣ ਦੀ ਲੋੜ ਹੈ, ਖਤਮ ਕਰਨ ਦੀ ਲੋੜ ਹੈ। ਆਪਾਂ ਨੂੰ ਤਾਂ ਭਰਾਵਾ ਚੰਗਾ ਇਨਸਾਨ ਦੇਖਣਾ ਹੈ। ਉਹ ਭਰਾਵਾ ਭਾਵੇਂ ਉਹ ਕਿਸੇ ਵੀ ਧਰਮ ਤੋਂ ਆਵੇ, ਭਾਵੇਂ ਕਿਸੇ ਜਾਤ ਤੋਂ ਆਵੇ, ਭਾਵੇਂ ਕਿਸੇ ਕੰਟਰੀ ਤੋਂ ਆਵੇ। ਜੇ ਇਨਸਾਨ ਚੰਗਾ ਹੈ ਗਲ ਲਾਓ, ਜੇ ਇਨਸਾਨ ਚੰਗਾ ਨਹੀਂ ਹੈ ਉਹਨਾਂ ਨੂੰ ਵੀ ਮਾੜਾ ਨਾ ਬੋਲੋ। ਤੁਸੀਂ ਦੂਰੀ ਬਣਾ ਸਕਦੇ ਹੋ ਲੇਕਿਨ ਮਾੜਾ ਨਹੀਂ ਬੋਲਣਾ। ਉਸ ਦਾ ਬੰਦਾ ਹੈ, ਅੱਜ ਕੋਈ ਨਾ ਗਲਤ ਟਰੈਕ ਤੇ ਉੱਤੇ ਹੈ, ਆਜੂਗਾ, ਆਵੇਗਾ। ਸਾਰਿਆਂ ਨੂੰ ਇੱਕ ਦਿਨ ਉਹ ਸਮਝ ਆਂਦੀ ਹੈ, ਕਿਸੇ ਨੂੰ ਜਲਦੀ, ਕਿਸੇ ਨੂੰ ਲੇਟ, ਲੇਕਿਨ ਸਾਰੇ ਉਸ ਦੇ ਬੰਦੇ ਹਨ। ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਸਾਹਮਣੇ ਜਿਹੜਾ ਬੰਦਾ ਹੈ ਉਸ ਪਰਮਾਤਮਾ ਦਾ ਬੰਦਾ ਹੈ, ਤੁਹਾਡੇ ਮੂੰਹ ਤੋਂ ਕਦੇ ਗਾਲਾਂ ਨਹੀਂ ਨਿਕਲ ਸਕਦੀ, ਤੁਹਾਡੇ ਮੂੰਹ ਤੋਂ ਕਦੇ ਕਿਸੇ ਦੇ ਲਈ ਮਾੜਾ ਨਹੀਂ ਬੋਲਿਆ ਜਾ ਸਕਦਾ। ਭਰਾਵਾ ਜੇ ਤੁਸੀਂ ਕਿਸੇ ਦੇ ਲਈ ਮਾੜਾ ਬੋਲ ਰਹੇ ਹੋ ਤਾਂ ਸਮਝੋ ਤੁਸੀਂ ਉਸ ਪਰਮਾਤਮਾ ਨੂੰ ਮਾੜਾ ਬੋਲ ਰਹੇ ਹੋ, ਕਿਉਂਕਿ ਉਸ ਦਾ ਬੰਦਾ ਹੈ। ਕਿ ਉਹਨਾਂ ਨੂੰ ਦੁੱਖ ਨਹੀਂ ਹੋਵੇਗਾ ਕਿ ਮੇਰੇ ਬੱਚਿਆਂ ਨੂੰ ਕਿਵੇਂ ਮਾੜਾ ਬੋਲ ਰਿਹਾ ਹੈ? ਉਹ ਸਾਡਾ ਬਾਪ ਹੈ, ਉਹ ਬਿਹਤਰ ਜਾਣਦਾ ਹੈ ਕਿ ਉਹਨਾਂ ਨੂੰ ਕਿਵੇਂ ਸਹੀ ਰਸਤੇ ਦੇ ਉੱਤੇ ਲਾਣਾ ਹੈ। ਸਾਡੀ ਜ਼ਿੰਮੇਵਾਰੀ ਕੀ ਹੈ? ਆਪਾਂ ਸਾਰਿਆਂ ਨੂੰ ਪਿਆਰ ਵੰਡੀਏ, ਆਪਾਂ ਸਾਰਿਆਂ ਨੂੰ ਪਿਆਰ ਦਈਏ। ਕਿਸੇ ਦੇ ਲਈ ਲੜਨਾ ਝਗੜਨਾ ਨਹੀਂ ਹੈ, ਕਿਸੇ ਨੂੰ ਊਚ ਨੀਚ ਨਹੀਂ ਕਹਿਣਾ ਹੈ। ਅੱਜ ਕੱਲ ਤਾਂ ਆਪਾਂ ਧਰਮ ਨੂੰ ਲੈ ਕੇ ਊਚ ਨੀਚ ਕਰਨਾ ਸ਼ੁਰੂ ਕਰ ਦਿੰਦੇ ਹਨ। ਸਾਡਾ ਗ੍ਰੰਥ ਵੱਡਾ ਹੈ ਜੀ, ਸਾਡਾ ਗੁਰੂ ਵੱਡਾ ਹੈ ਜੀ, ਸਾਡਾ ਪੰਥ ਵੱਡਾ ਹੈ ਜੀ, ਸਾਡੀ ਜਗ੍ਹਾ ਵੱਡੀ ਹੈ ਜੀ। ਉਹ ਭਰਾਵਾ ਕਿਵੇਂ ਵੱਡੀ ਹੋ ਸਕਦੀ ਹੈ? ਇੱਕ ਨੂਰ, ਇਹ ਜਿਹੜੇ ਗੁਰੂ ਪਾਤਸ਼ਾਹੀ ਆ ਰਹੀ ਹਨ, ਇਹ ਸਾਰੇ ਉਸ ਨੂਰ ਦੇ ਹੀ ਹਨ। ਇਹਨਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਇੱਕੋ ਹੀ ਜੋਤ ਹੈ। ਜਦ ਆਪਾਂ ਉਸ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ, ਇੱਥੇ ਆਪਣਾ ਧਿਆਨ ਟਿਕਾਵਾਂਗੇ ਥਰਡ ਆਈ ਦੇ ਵਿੱਚ, ਫਿਰ ਸਾਨੂੰ ਉਹ ਪ੍ਰਕਾਸ਼ ਮਹਿਸੂਸ ਹੋਵੇਗਾ। ਮਹਾਰਾਜ ਚਰਨ ਸਿੰਘ ਜੀ ਸਾਨੂੰ ਸਮਝਾਉਂਦੇ ਹੁੰਦੇ ਸੀ, ਇਫ the eye be single the whole body shall be full of light। ਕਿ ਜੇ ਤੁਸੀਂ ਉਸ ਇੱਕ ਅੱਖ ਵਾਲੇ ਬਣ ਜਾਵੋਗੇ, ਤੁਹਾਡਾ ਸਾਰਾ ਜਿਸਮ ਉਸ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਫਿਰ ਉਹ ਪ੍ਰਕਾਸ਼ ਜਿਹੜਾ ਹੈ ਉਹ ਤੁਹਾਨੂੰ ਉਸ ਪਰਮਾਤਮਾ ਦੀ ਤਰਫ ਲੈ ਕੇ ਜਾਊਗਾ। ਫਿਰ ਤੁਹਾਨੂੰ ਅਹਿਸਾਸ ਹੋਵੇਗਾ ਉਹ ਪ੍ਰਕਾਸ਼ ਹੀ ਪਰਮਾਤਮਾ ਹੈ। ਉਹ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਭਾਈਚਾਰੇ ਦੇ ਵਿੱਚ ਰਹਿਣਾ ਹੈ। ਆਪਾਂ ਨੇ ਉਸ ਇਕੁਐਲਿਟੀ, ਉਸ ਬ੍ਰਦਰਹੁੱਡ ਦੇ ਵਿੱਚ ਰਹਿਣਾ ਹੈ। ਅੱਜ ਤੁਸੀਂ ਦੇਖੋ ਜਿੰਨਾ ਖੂਨ ਖਰਾਬਾ ਧਰਮ ਜਾਤ ਨੂੰ ਲੈ ਕੇ ਹੁੰਦਾ ਹੈ, ਮੈਨੂੰ ਨਹੀਂ ਲੱਗਦਾ ਹੋਰ ਕਿਸੇ ਚੀਜ਼ ਨੂੰ ਲੈ ਕੇ ਹੁੰਦਾ ਹੋਵੇਗਾ। ਆਪਾਂ ਇੱਕ ਦੂਜਿਆਂ ਨੂੰ ਕੱਟਣਾ ਬਣਨਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੇ ਕਿਉਂ ਕਹਿ ਦਿਆ ਜੀ, ਉਹ ਸਾਡੇ ਵਿੱਚ ਕਿਉਂ ਬਹਿ ਗਿਆ ਜੀ। ਉਹ ਭਰਾਵਾ ਉੱਠਣ ਦੀ ਲੋੜ ਹੈ। ਜਦ ਇੰਨੇ ਵੱਡੇ ਗੁਰੂ ਪੀਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇੰਨੀ ਵੱਡੀ ਸ਼ਖਸੀਅਤ ਸਾਨੂੰ ਕਹਿ ਰਹੇ ਹਨ, ਭਰਾਵਾ ਆਪਾਂ ਇੱਕ ਨੂਰ ਦੇ ਬੱਚੇ ਹਨ, ਤਾਂ ਆਪਾਂ ਆਪਣੀ ਸੋਚੀ ਸਮਝੀ ਲਗਾਏ ਬੈਠੇ ਹਨ। ਆਪਾਂ ਸੋਚ ਰਹੇ ਹਨ ਕਿ ਸਾਡੇ ਕਰਨ ਦੇ ਨਾਲ ਹੋ ਜਾਵੇਗਾ। ਉਹ ਭਰਾਵਾ ਨਹੀਂ ਹੋ ਸਕਦਾ। ਉਹ ਗੁਰੂ ਸਾਨੂੰ ਸਮਝਾਉਣ ਵਾਸਤੇ ਆਉਂਦਾ ਹੈ, ਉਹ ਸਾਨੂੰ ਸਮਝਾ ਕੇ ਜਾਂਦਾ ਹੈ, ਲੇਕਿਨ ਜੇ ਆਪਾਂ ਸਮਝਾਂਗੇ, ਉਸ ਦੀ ਬਾਣੀ ਨੂੰ ਆਪਣੇ ਦਿਮਾਗ ਦੇ ਉੱਤੇ ਲਾਵਾਂਗੇ, ਫਿਰ ਸਾਡਾ ਪ੍ਰਕਾਸ਼ ਹੋਵੇਗਾ, ਫਿਰ ਆਪਾਂ ਕਾਬਲ ਬਣਾਂਗੇ ਉਸ ਚੀਜ਼ ਦੇ। ਹੁਣ ਸਾਨੂੰ ਸਭ ਤੋਂ ਵੱਡੀ ਚੀਜ਼ ਕੀ ਸਮਝਾ ਰਹੇ ਹਨ, ਸੁਣਦੇ ਆ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਗੁਰੂ ਸੁਰਤ ਧੁਨ ਚੇਲਾ।
ਹੁਣ ਸਾਨੂੰ ਕੀ ਸਮਝਾ ਰਹੇ ਹਨ? ਦੇਖੋ, ਜਿਹੜਾ ਭਾਰਲਾ ਸਰੂਪ ਹੈ ਗੁਰੂ ਦਾ, ਉਹ ਸਾਨੂੰ ਸਿਖਾਉਣ ਵਾਸਤੇ ਹੈ। ਕਿਉਂਕਿ ਦੇਖੋ, ਇਨਸਾਨ ਨੂੰ ਇਨਸਾਨ ਸਮਝਾ ਸਕਦਾ ਹੈ, ਜਾਨਵਰ ਤਾਂ ਨਹੀਂ ਸਿਖਾ ਸਕਦਾ। सीख मिल सकती है लेकिन परमात्मा बारे नहीं सिखा सकता। तो फिर परमात्मा नूं उस गुरु दा स्वरूप बना के धरती दे विच भेजना पैंदा है कि इंसान नूं इंसान ने समझाना है। भार दा जिहड़ा स्वरूप है गुरु दा, ਉਹ ਸਾਡੇ ਵਰਗਾ ਹੀ ਹੈ। ਉਹਨਾਂ ਦੇ ਅੰਦਰ ਜੋਤ ਜਿਹੜੀ ਹੈ ਉਹ ਪਰਮਾਤਮਾ ਦੀ ਹੈ, ਲੇਕਿਨ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਵੀ ਇੱਕ ਦਿਨ ਉਹ ਵੀ ਜਨਮ ਲੈਂਦੇ ਹਨ, ਵਿਆਹ ਕਰਦੇ ਹਨ, ਬੱਚੇ ਹੁੰਦੇ ਹਨ, ਬੁਢਾਪੇ ਦੀ ਤਰਫ ਜਾਂਦੇ ਹਨ। ਉਹ ਸਾਡੇ ਲਈ ਟੀਚਰ ਨੇ। ਲੇਕਿਨ ਹੁਣ ਅੱਗੇ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਸ਼ਬਦ ਗੁਰੂ, ਕਿ ਸੱਚਾ ਗੁਰੂ ਕਿਹੜਾ ਹੈ, ਅਸਲ ਗੁਰੂ ਕਿਹੜਾ ਹੈ? ਉਹ ਸ਼ਬਦ ਹੈ, ਉਹ ਨਾਮ ਹੈ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਹੈ। ਹੁਣ ਚੇਲਾ ਕੌਣ ਹੈ? ਦੇਖੋ, ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਤਾਕਤ ਨਹੀਂ ਹੈ ਨਾ ਗੁਰੂ ਬਣਨ ਦੀ ਨਾ ਚੇਲਾ ਬਣਨ ਦੀ। ਇਹ ਤਾਂ ਸਿਰਫ ਇੱਕ ਸਾਧਨ ਹੈ, ਕਿਉਂਕਿ ਨਾਮ ਦਿੱਤਾ ਜਾਂਦਾ ਹੈ ਆਤਮਾ ਦੇ ਲਈ, ਸਰੀਰ ਦੇ ਲਈ ਨਹੀਂ, ਕਿਉਂਕਿ ਸਰੀਰ ਤਾਂ ਇੱਕ ਦਿਨ ਫਨਾ ਹੋ ਜਾਣਾ ਹੈ। ਦੇਖੋ, ਸਰੀਰ ਦੀ ਹੱਦ ਕਿਤੇ ਤੱਕ ਹੈ? ਸ਼ਮਸ਼ਾਨ ਘਾਟ ਤੱਕ ਹੈ। ਜਾਂ ਤਾਂ ਇਹ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਹੋ ਜਾਊਗਾ, ਜਾਂ ਫਿਰ ਆਗ ਦੇ ਵਿੱਚ ਮਿਲ ਕੇ ਰਾਖ ਹੋ ਜਾਊਗਾ। ਇਹਨਾਂ ਦੀ ਹਸਤੀ ਤਾਂ ਇੱਥੇ ਹੀ ਖਤਮ ਹੋ ਜਾਊਗੀ। ਤਾਂ ਫਿਰ ਜਿਨ੍ਹਾਂ ਦੀ ਹਸਤੀ ਇੱਥੇ ਹੀ ਖਤਮ ਹੋ ਜਾਊਗੀ, ਉਹਨਾਂ ਨੂੰ ਨਾਮ ਲੈਣ ਦੀ ਕੀ ਲੋੜ ਹੈ? ਤਾਂ ਇਹ ਜਿਹੜਾ ਨਾਮ ਹੈ ਇਹ ਦਿੱਤਾ ਗਿਆ ਹੈ ਆਤਮਾ ਦੇ ਵਾਸਤੇ। ਸਰੀਰ ਤਾਂ ਇੱਕ ਮੀਡੀਅਮ ਹੈ, ਇੱਕ ਸਾਧਨ ਹੈ। ਤਾਂ ਉਹੀ ਸਾਨੂੰ ਸਮਝਾ ਰਹੇ ਹਨ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਕਿ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਜਿਹੜਾ ਸਾਨੂੰ ਉਸ ਇਕਾਗਰਤਾ ਦੀ ਤਰਫ ਲੈ ਕੇ ਜਾਊਗਾ। ਹੁਣ ਉਹ ਇਕਾਗਰਤਾ ਕਿਹੜੀ ਹੈ? ਉਹ ਸੁਰਤ ਹੈ, ਜਿਹਨਾਂ ਨੂੰ ਚੇਲਾ ਬਣਨਾ ਹੈ। ਜਦ ਇਹ ਸ਼ਬਦ ਉਸ ਸੁਰਤ ਦੇ ਨਾਲ ਜੁੜੇਗਾ, ਮਤਲਬ ਕਿ ਜੇ ਆਪਾਂ ਸਾਇੰਟੀਫਿਕਲੀ ਸਮਝੀਏ ਕਿ ਜਦ ਇਹ ਨਾਮ ਉਸ ਕੰਸੈਂਟਰੇਸ਼ਨ ਦੇ ਨਾਲ ਜੁੜੇਗਾ, ਉਸ ਇਕਾਗਰਤਾ ਦੇ ਨਾਲ ਜੁੜੇਗਾ, ਤਾਂ ਫਿਰ ਇਸ ਦੀ ਚੜਾਈ ਹੋਵੇਗੀ। ਫਿਰ ਇਹ ਇੱਥੇ ਸੈਂਟਰ ਦੇ ਵਿੱਚ, ਤੀਸਰੇ ਤਿਲ ਦੇ ਵਿੱਚ, ਜਿਹਨਾਂ ਨੂੰ ਆਪਾਂ ਸ਼ਿਵ ਨੇਤਰ ਕਹਿੰਦੇ ਆ, ਜਿਹਨਾਂ ਨੂੰ ਆਪਾਂ ਥਰਡ ਆਈ ਕਹਿੰਦੇ ਆ, ਜਿਹਨਾਂ ਨੂੰ ਆਪਾਂ ਤੀਸਰਾ ਤਿਲ ਕਹਿੰਦੇ ਆ, ਉੱਥੇ ਜਾ ਕੇ ਟਿਕੇਗਾ। ਫਿਰ ਸਾਨੂੰ ਉਹ ਸੱਚਾ ਗਿਆਨ ਜਿਹੜਾ ਹੈ, ਉਹ ਸੱਚਾ ਪ੍ਰਕਾਸ਼ ਜਿਹੜਾ ਹੈ, ਉਹ ਸਮਝ ਆਵੇਗਾ। ਆਪਾਂ ਭਾਰਲੇ ਪਾਸੇ ਹੋ ਕੇ ਪੈ ਗਏ, ਕਿਉਂਕਿ ਇਨਸਾਨ ਕਮਜ਼ੋਰ ਸੀ। ਇਨਸਾਨ ਨੇ ਸੋਚਿਆ ਕਿ ਅੰਦਰ ਜਿਹੜਾ ਸਾਡੇ ਵਾਸਤੇ ਜਾਣਾ ਹੈ ਨਹੀਂ, ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਪਾਰ ਬਣਾ ਕੇ ਬਹਿ ਗਏ। ਇਨਸਾਨ ਹਮੇਸ਼ਾ ਆਪਣੀ ਜਿਹੜੀ ਕਨਵੀਨੀਅੰਸ ਹੈ ਉਹਦੇ ਨਾਲ ਹੀ ਚੱਲਦਾ ਰਿਹਾ। ਇਹਨਾਂ ਨੂੰ ਕਿਹਾ ਗਿਆ ਭਰਾਵਾ ਪ੍ਰਕਾਸ਼ ਵੇਖਣਾ ਹੈ, ਇਹਨਾਂ ਨੇ ਜੋਤ ਜਲਾਣੀ ਸ਼ੁਰੂ ਕਰਤੀ ਪਾਰਲੇ ਵਾਸਤੇ। ਇਹਨਾਂ ਨੂੰ ਕਿਹਾ ਗਿਆ ਤੁਹਾਨੂੰ ਆਵਾਜ਼ ਸੁਣਨੀ ਹੈ, ਘੰਟਿਆਂ ਦੀ ਆਵਾਜ਼ ਆਵੇਗੀ, ਇਹਨਾਂ ਨੇ ਭਾਰ ਘੰਟੇ ਵਜਾਣੇ ਸ਼ੁਰੂ ਕਰ ਦਿੱਤੇ। ਇਹਨਾਂ ਨੂੰ ਕਿਹਾ ਭਰਾਵਾ ਉਹ ਸਰੋਵਰ ਜਿਹੜਾ ਹੈ ਉਹਦੇ ਵਿੱਚ ਨਹਾਣਾ ਹੈ, ਉਹ ਅੰਦਰਲਾ ਸਰੋਵਰ ਹੈ ਜਿੱਥੇ ਉਹ ਨਾਮ ਦੀ ਗਾਥਾ ਗਾਈ ਜਾਂਦੀ ਹੈ, ਇਹਨਾਂ ਨੇ ਭਾਰ ਨਹਾਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਕਿਹਾ ਗਿਆ ਪ੍ਰਸ਼ਾਦ ਪਾਉਣਾ ਹੈ, ਉਹ ਪ੍ਰਸ਼ਾਦ ਕਿਹੜਾ ਹੈ? ਉਹ ਪ੍ਰਸ਼ਾਦ ਹੈ ਉਸ ਨਾਮ ਦਾ ਇਨੀਸ਼ੀਏਸ਼ਨ। ਉਹ ਇਹਨਾਂ ਨੇ ਭਾਰਲੇ ਪ੍ਰਸ਼ਾਦ ਨੂੰ ਸੋਚਿਆ ਕਿ ਬਸ ਮੈਂ ਇਹਨਾਂ ਨੂੰ ਲਈ ਜਾਵਾਂਗਾ ਤਾਂ ਮੇਰਾ ਸਭ ਕੁਝ ਹੋ ਜਾਊਗਾ। ਭਰਾਵਾ ਭਾਰ ਦੀ ਜਿਹੜੀਆਂ ਚੀਜ਼ਾਂ ਹੁਣ ਸਾਨੂੰ ਸਿਖਾਉਣ ਵਾਸਤੇ ਹਨ, ਉਹ ਸਾਨੂੰ ਇਨਸਪੀਰੇਸ਼ਨ ਦੇਣ ਵਾਸਤੇ। ਇਹ ਨਹੀਂ ਕਿ ਆਪਾਂ ਧਰਮ ਸਥਾਨਾਂ ਦੇ ਉੱਤੇ ਨਾ ਜਾਈਏ, ਵੱਡੀ ਖੁਸ਼ੀ ਦੇ ਨਾਲ ਜਾ ਸਕਦੇ ਹਾਂ, ਵੱਡੀ ਖੁਸ਼ੀ ਦੇ ਨਾਲ ਜਾਓ, ਕਿਉਂਕਿ ਉੱਥੇ ਉਸ ਪਰਮਾਤਮਾ ਦੀ ਗਾਥਾ ਗਾਈ ਜਾ ਰਹੀ ਹੈ। ਬੜੀ ਖੁਸ਼ੀ ਦੇ ਨਾਲ ਕਰੋ, ਲੇਕਿਨ ਬਾਹਰ ਜੋਤ ਜਲਾ ਰਹੇ ਹੋ ਤਾਂ ਅੰਦਰ ਵੀ ਜੋਤ ਜਲਾਓ। ਬਾਹਰ ਘੰਟੇ ਵਜਾ ਰਹੇ ਹੋ ਤਾਂ ਅੰਦਰ ਵੀ ਘੰਟੇ ਵਜਾਣੇ ਹੈ। ਬਾਹਰ ਸਰੋਵਰ ਦੇ ਵਿੱਚ ਨਹਾ ਰਹੇ ਹੋ, ਅੰਦਰ ਦੇ ਸਰੋਵਰ ਦੇ ਵਿੱਚ ਵੀ ਨਹਾਣਾ ਹੈ। ਬਾਹਰ ਪ੍ਰਸ਼ਾਦ ਜਿਹੜਾ ਲੈ ਰਹੇ ਹੋ, ਉਹ ਪ੍ਰਸ਼ਾਦ ਅੰਦਰ ਵੀ ਲੈਣਾ ਹੈ। ਤਾਂ ਬਾਹਰ ਸਿਰਫ ਇੱਕ ਡੈਮੋ ਕਲਾਸ ਸਾਨੂੰ ਦੇਈ ਜਾ ਰਹੀ ਹੈ। ਦੇਖੋ, ਜਿਵੇਂ ਕਿਸੇ ਨੂੰ ਆਪਾਂ ਕਹਿ ਸਕਦੇ ਹਨ, ਕਿਸੇ ਨੂੰ ਕਿਸੇ ਬਾਰਡਰ ਦੇ ਉੱਤੇ ਲੈ ਕੇ ਜਾਣਾ ਹੈ, ਉਹਨਾਂ ਨੂੰ ਪਹਿਲੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੂੰ ਪਹਿਲੇ ਬੈਟਲਫੀਲਡ ਜਿਹੜਾ ਹੁੰਦਾ ਹੈ, ਯੁੱਧ, ਉਹਦੇ ਵਿੱਚ ਡਾਇਰੈਕਟ ਨਹੀਂ ਭੇਜ ਦਿੱਤਾ ਜਾਂਦਾ। ਉਹਨਾਂ ਨੂੰ ਪਹਿਲੇ ਸਮਝਾਇਆ ਜਾਂਦਾ ਹੈ ਵੈਪਨ ਹੈ, ਇਹ ਬਾਰਡਰ ਏਰੀਆ ਹੈ, ਇਹਦੇ ਵਿੱਚ ਕਿਵੇਂ ਸ਼ੂਟ ਕਰਨਾ ਹੈ, ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ। ਤਾਂ ਇਹ ਜਿਹੜੇ ਧਰਮ ਸਥਾਨ ਨੇ, ਇਹ ਸਾਡੇ ਲਈ ਸਕੂਲ ਨੇ, ਇਹ ਸਾਨੂੰ ਸਿਰਫ ਸਮਝਾਉਣ ਵਾਸਤੇ ਹਨ। ਲੇਕਿਨ ਇਹਨਾਂ ਦਾ ਜਿਹੜਾ ਪ੍ਰੈਕਟੀਕਲ ਹੈ, ਇਹਨਾਂ ਦੀ ਜਿਹੜੀ ਲੈਬੋਰਟਰੀ ਹੈ, ਉਹ ਕਿੱਥੇ ਹੈ? ਉਹ ਸਾਡਾ ਸਰੀਰ ਹੈ। ਹਰ ਮੰਦਰ ਇਹ ਸਰੀਰ ਹੈ। ਇਹ ਜਿਹੜਾ ਸਾਰਾ ਸਰੀਰ ਹੈ, ਇਹ ਉਸ ਹਰ ਦਾ ਜੀਤਾ ਜਾਗਦਾ ਮੰਦਰ ਹੈ। It is the living temple of the God। ਇੱਥੇ ਉਸ ਪਰਮਾਤਮਾ ਦੀ ਕਮਾਈ ਕਰਨੀ ਹੈ, ਇੱਥੇ ਉਹ ਜਿਹੜੀ ਸੀਖ ਹੈ ਉਹ ਇੱਥੇ ਲੈ ਕੇ ਆਣੀ ਹੈ, ਤਦ ਸਾਡਾ ਜਿਹੜਾ ਉਹ ਪ੍ਰਕਾਸ਼ ਹੈ ਉਹ ਹੋਵੇਗਾ। ਲੇਕਿਨ ਇਨਸਾਨ ਅੰਦਰ ਦੀ ਗਲਤਾ ਕਰਨਾ ਹੀ ਨਹੀਂ ਚਾਹੁੰਦਾ। ਉਹ ਸੋਚਦਾ ਹੈ ਕਿ ਮੈਂ ਭਾਰੇ ਸਾਰੀਆਂ ਚੀਜ਼ਾਂ ਕਰੀ ਜਾਵਾਂਗਾ ਤਾਂ ਮੇਰਾ ਹੋ ਜਾਊਗਾ। ਉਹ ਭਰਾਵਾ ਨਹੀਂ ਹੋ ਸਕਦਾ। ਇਹ ਤਾਂ ਗੁਰੂ ਸਾਨੂੰ ਸਮਝਾ ਰਹੇ ਹਨ।
ਤਾਂ ਭਰਾਵਾ ਆਪਾਂ ਨੇ ਦੇਰ ਨਹੀਂ ਕਰਨੀ ਹੈ ਕਿ ਆਪਾਂ ਸੋਚੀਏ ਕਿ ਜੀ ਦੇਰ ਕਰੀ ਜਾਈਏ ਤਾਂ ਹੋ ਜਾਊਗਾ, ਨਹੀਂ ਹੋਣ ਲੱਗਾ। ਹੁਣ ਸਾਨੂੰ ਸਮਝਣਾ ਹੈ, ਗੁਰੂਆਂ ਨੇ ਸਾਨੂੰ ਸਮਝਾ ਦਿੱਤਾ ਹੈ ਜਿਹੜਾ ਉਹਨਾਂ ਨੇ ਸਾਨੂੰ ਸਮਝਾਉਣਾ ਸੀ। ਆਪਾਂ ਕਿਤੇ ਤੋਂ ਵੀ ਸਿੱਖ ਰਹੇ ਹਾਂ, ਸਾਨੂੰ ਸਿੱਖਣਾ ਹੈ, ਲੇਕਿਨ ਸਾਨੂੰ ਹੁਣ ਤਿਆਰੀ ਕਰਨੀ ਹੈ ਭਰਾਵਾ ਮਾਲਿਕ ਦੇ ਨਾਲ ਜਾਣ ਦੀ। ਸਾਡੀ ਜ਼ਿੰਦਗੀ ਦੇ ਵਿੱਚ ਜੇ ਸਾਡਾ ਕੋਈ ਸਾਥ ਦੇ ਸਕਦਾ ਹੈ ਉਹ ਪ੍ਰਮਾਤਮਾ ਦੇ ਸਕਦਾ ਹੈ। ਹੋਰ ਕਿਸੇ ਦੇ ਵਿੱਚ ਕੋਈ ਹਸਤੀ ਨਹੀਂ ਹੈ, ਕੋਈ ਤਾਕਤ ਨਹੀਂ ਹੈ ਕਿ ਸਾਡਾ ਸਾਥ ਦੇ ਸਕੇ। ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ, ਕਿ ਮੈਂ ਕਿਹਦੇ ਨਾਲ ਦੋਸਤੀ ਨਿਭਾਵਾਂ, ਸਾਰੇ ਮੈਨੂੰ ਛੱਡ ਕੇ ਜਾ ਰਹੇ ਹਨ, ਇੱਕ ਦਿਨ ਮੈਂ ਵੀ ਕਿਸੇ ਨੂੰ ਛੱਡ ਕੇ ਚਲਾ ਜਾਵਾਂਗਾ। ਤਾਂ ਭਰਾਵਾ ਆਪਾਂ ਨੇ ਉਸ ਪਰਮਾਤਮਾ ਦੀ ਉਂਗਲ ਪਕੜਨੀ ਹੈ। ਉਹਨਾਂ ਦਾ ਹੱਥ ਕਿਤੇ ਵਿੱਚ ਹੈ, ਗੁਰੂ ਦੇ ਵਿੱਚ ਹੈ। ਗੁਰੂ ਦੀ ਬਾਣੀ ਨੂੰ ਪਕੜੋ, ਗੁਰੂ ਦੀ ਕਹੇ ਅਨੁਸਾਰ ਚੱਲੋ, ਉਹੀ ਸਾਡਾ ਸੱਚਾ ਸਤਸੰਗ ਹੋਵੇਗਾ, ਉਹੀ ਸਾਡਾ ਸੱਚਾ ਪ੍ਰਕਾਸ਼ ਪੁਰਬ ਹੋਵੇਗਾ। ਇਹ ਜਿਹੜੇ ਪ੍ਰਕਾਸ਼ ਪੁਰਬ ਹਨ ਇਹ ਸਾਨੂੰ ਸਿਖਾਉਣ ਵਾਸਤੇ ਆਉਂਦੇ ਨੇ, ਉਸ ਗੁਰੂ ਦੀ ਮਹਿਮਾ ਸਾਨੂੰ ਸਮਝਾਉਣ ਵਾਸਤੇ ਆਉਂਦੇ ਹਨ। ਉਹਨਾਂ ਦੇ ਬਾਹਰਲੇ ਸਰੂਪ ਨੂੰ ਆਪਾਂ ਜਿੰਨਾ ਪਿਆਰ ਕਰਦੇ ਹਨ, ਉਹਨਾਂ ਨੂੰ ਅੰਦਰਲਾ ਸਰੂਪ ਨੂੰ ਵੀ ਉਨਾ ਹੀ ਪਿਆਰ ਕਰਨਾ ਹੈ। ਉਹਨਾਂ ਦੀ ਬਾਣੀਆਂ ਨੂੰ ਅੱਜ ਪੜੋ, ਅੱਜ ਨਹੀਂ 365 ਦਿਨ ਪੜੋ, ਅੱਜ ਜ਼ਰੂਰ ਪੜੋ। ਭਜਨ ਸਿਮਰਨ ਦੇ ਉੱਤੇ ਬੈਠੋ, ਆਪਣੀ ਗਲਤੀਆਂ ਦੀ ਮਾਫੀ ਮੰਗੋ ਕਿ ਪ੍ਰਮਾਤਮਾ ਮੈਂ ਹੱਥ ਜੋੜ ਕੇ ਅੱਜ ਮਾਫੀ ਮੰਗਦਾ ਹਾਂ ਕਿ ਪ੍ਰਮਾਤਮਾ ਮੈਥੋਂ ਜਿਹੜੀ ਗਲਤੀਆਂ ਹੋਈ ਹਨ, ਮੈਥੋਂ ਜਿਹੜੇ ਪਾਪ ਹੋਏ ਹਨ, ਜਿਹੜਾ ਮੈਂ ਨਾਮ ਦੇ ਵਿੱਚ ਨਾਗਾ ਲਾਇਆ ਹਨ, ਮੈਨੂੰ ਮਾਫ ਕਰੀ, ਮੈਨੂੰ ਹਿੰਮਤ ਬਖਸ਼ ਕਿ ਮੈਂ ਤੇਰਾ ਭਜਨ ਸਿਮਰਨ ਕਰ ਸਕਾਂ ਤੇ ਮੈਂ ਤੇਰੇ ਦਿੱਤੇ ਹੋਏ ਨਾਮ ਦੀ ਕਦਰ ਕਰ ਸਕਾਂ ਤੇ ਤੇਰੇ ਬਤਾਏ ਹੋਏ ਰਾਸਤੇ ਦੇ ਉੱਤੇ ਚੱਲ ਸਕਾਂ। ਮੈਂ ਕੁਝ ਨਹੀਂ ਹਨ, ਮੇਰੇ ਵਿੱਚ ਹਿੰਮਤ ਨਹੀਂ ਹਨ, ਤੂੰ ਹੀ ਮੈਨੂੰ ਕੱਢ ਸਕਦਾ ਹੈ, ਮੈਨੂੰ ਬਖਸ਼ ਲੈ, ਮੈਨੂੰ ਕੱਢ ਲੈ ਪਰਮਾਤਮਾ, ਮੇਰਾ ਹੋਰ ਕੋਈ ਸਹਾਰਾ ਹੈ ਨਹੀਂ। ਆਪਣੀ ਅਰਦਾਸ ਕਰਨੀ ਹੈ, ਪਿਆਰ ਦੇ ਵਿੱਚ ਰਹਿਣਾ ਹੈ, ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਪਿਆਰ ਦੇ ਵਿੱਚ ਰਹੋ। ਸਾਰਿਆਂ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ। ਸਾਰੇ ਖੁਸ਼ ਰਹੋ, ਪਰਮਾਤਮਾ ਦਾ ਨਾਮ ਕਰੋ। ਆਖਰੀ ਦੇ ਵਿੱਚ ਯਾਦ ਰੱਖੋ, ਸਾਰਿਆਂ ਨੇ ਸਾਥ ਛੱਡ ਜਾਣਾ ਹੈ, ਉਹ ਗੁਰੂ ਰਹੂਗਾ, ਉਹ ਪਰਮਾਤਮਾ ਰਹੂਗਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਮਰਪੁਰ ਲੈ ਚੱਲ ਓ ਸਜਣਾ, ਅਮਰਪੁਰ ਲੈ ਚੱਲ ਓ ਸਜਣਾ।